Hello students, I am Sukhvinder Kaur from Department of Economics, GGDST College हरियाणा हुशियारपुर। ਅੱਜ इस ਲੈਕਚਰ ਵਿੱਚ ਅਸੀਂ ਇਕਨੋਮਿਕਸ ਦੀ ਤੀਸਰੀ ਡੈਫੀਨੇਸ਼ਨ ਜਿਹੜੀ ਸਾਨੂੰ ਰੋਬਿਨਸ ਦੁਆਰਾ ਦਿੱਤੀ ਗਈ ਹੈ ਸਕੇਅਰਸਿਟੀ ਡੈਫੀਨੇਸ਼ਨ ਕਰਨ ਜਾ ਰਹੇ ਹਾਂ। ਦੁਰਲਭਤਾ ਸੰਬੰਧੀ ਪਰਿਭਾਸ਼ਾ ਇਹ ਆਪਾਂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਮੈਂ ਲਾਸਟ ਲੈਕਚਰ ਜਿਹੜਾ ਸਾਡਾ ਸੀਗਾ ਮਟੀਰੀਅਲ ਵੈਲਫੇਅਰ ਡੈਫੀਨੇਸ਼ਨ ਜਿਹੜੀ ਮਾਰਸ਼ਲ ਦੁਆਰਾ ਦਿੱਤੀ ਗਈ ਸੀ ਭੌਤਿਕ ਕਲਿਆਣ ਸੰਬੰਧੀ ਪਰਿਭਾਸ਼ਾ, ਇਸ ਦੇ ਵਿੱਚ ਇੱਕ ਪੁਆਇੰਟ ਸੀ ਇਸ ਦੇ ਕ੍ਰਿਟਿਸਿਜ਼ਮ ਦੇ ਵਿੱਚ ਕਿ ਇਸ ਦੀ ਜਿਹੜੀ ਪਰਿਭਾਸ਼ਾ ਹੈ ਉਹ ਵਿਸ਼ਲੇਸ਼ਣਵਾਦੀ ਨਹੀਂ ਹੈ, ਸਿਰਫ ਸ਼੍ਰੇਣੀ ਵਿਭਾਜਕ ਆ, ਨਾਟ ਐਨਾਲਿਟੀਕਲ ਵਟ ਕਲਾਸੀਫੈਕਟਰੀ। ਇਹ ਥੋੜ੍ਹਾ ਜਿਹਾ ਦੱਸਣਾ ਚਾਹੁੰਦੀ ਹਾਂ ਕਿਉਂਕਿ ਕੁਝ ਬੱਚਿਆਂ ਦੀ ਕੁਐਰੀ ਆਈ ਸੀ। ਇਹਦੇ ਵਿੱਚ ਇਹ ਜਿਹੜੇ ਕ੍ਰਿਟਿਸਿਜ਼ਮ ਹੈ ਰੋਬਿਨਸ ਨੇ ਦਿੱਤਾ ਹੈ ਅਸਲ 'ਚ, ਔਰ ਉਹ ਇਹ ਕਹਿੰਦਾ ਹੈ ਕਿ ਐਡਮ ਸਮਿਥ ਨੇ ਅਰਥ ਸ਼ਾਸਤਰ ਨੂੰ ਇਕਨੋਮਿਕਸ ਨੂੰ ਭੌਤਿਕ ਅਤੇ ਗੈਰ ਭੌਤਿਕ, ਮਤਲਬ ਉਹਨੇ ਕਿਹਾ ਇੱਕ ਗੁੱਡਸ ਹੁੰਦੀਆਂ ਜਿਨ੍ਹਾਂ ਨੂੰ ਤੁਸੀਂ ਟੱਚ ਕਰ ਸਕਦੇ ਹੋ, ਜਿਨ੍ਹਾਂ ਨੂੰ ਤੁਸੀਂ ਦੇਖ ਸਕਦੇ ਹੋ, ਫਿਜ਼ੀਕਲ ਗੁੱਡਸ ਹੁੰਦੀਆਂ, ਇਟ ਮੀਨਸ ਜਿਨ੍ਹਾਂ ਨੂੰ ਨਹੀਂ ਦੇਖ ਸਕਦੇ ਲਾਈਕ ਸਰਵਿਸਿਜ਼, ਉਹ ਜਿਹੜੀਆਂ ਤੁਹਾਡੀਆਂ ਫਿਜ਼ੀਕਲ ਗੁੱਡਸ ਨਹੀਂ ਹੁੰਦੀਆਂ। ਫਿਰ ਇੱਕ ਉਹਨੇ ਵਰਡ ਵਰਤਿਆ ਕਲਿਆਣਕਾਰੀ, ਦੂਸਰਾ ਗੈਰ ਕਲਿਆਣਕਾਰੀ। ਇਸ ਤਰ੍ਹਾਂ ਉਹਨੇ ਸ਼੍ਰੇਣੀਆਂ ਦੇ ਵਿੱਚ ਵੰਡ ਦਿੱਤਾ, ਪਰ ਇਹ ਸ਼੍ਰੇਣੀ ਕਿਸ ਬੇਸ ਦੇ ਉੱਤੇ ਵੰਡੀ ਹੈ ਇਹ ਤਾਂ ਅਸੀਂ ਆਪ ਤਾਂ ਕਹਿੰਦੇ ਪਏ ਹਾਂ ਕਿ ਸਾਨੂੰ ਬੇਸ਼ੱਕ ਪਤਾ ਹੈ ਕਿ ਕਲਿਆਣਕਾਰੀ ਕੀ ਹੁੰਦਾ, ਗੈਰ ਕਲਿਆਣਕਾਰੀ ਕੀ ਹੈ, ਭੌਤਿਕ ਕੀ ਹੈ, ਗੈਰ ਭੌਤਿਕ ਕੀ ਹੈ, ਪਰ ਉਸਨੇ ਆਪ ਕਿਤੇ ਵੀ ਇਹ ਐਕਸਪਲੇਨ ਨਹੀਂ ਕੀਤਾ ਕਿ ਇਹ ਕੀ ਹੈ। ਅਤੇ ਰੋਬਿਨਸ ਨੇ ਇਹ ਵੀ ਕਿਹਾ ਸੀ ਕਿ ਜਦੋਂ ਅਸੀਂ ਇਸ ਤਰ੍ਹਾਂ ਦੀ ਕੋਈ ਵੰਡ ਕਰਦੇ ਹਾਂ ਅਤੇ ਉਹ ਵਿਗਿਆਨਿਕ ਵਿਸ਼ਲੇਸ਼ਣ ਦੇ ਨਾਲ ਸੰਬੰਧਿਤ ਹੋਣੀ ਚਾਹੀਦੀ ਆ, ਸ਼੍ਰੇਣੀ ਵਿਭਾਜਕ ਨਹੀਂ ਹੋਣੀ ਚਾਹੀਦੀ। ਇਸ ਤੋਂ ਸਾਨੂੰ ਪਤਾ ਲੱਗਣਾ ਚਾਹੀਦਾ ਕਿ ਆਰਥਿਕ ਸਮੱਸਿਆ ਕੀ ਆ, ਇਹ ਕਿੱਥੋਂ ਪੈਦਾ ਹੁੰਦੀ ਹੈ ਅਤੇ ਇਸ ਦਾ ਕੀ ਹੱਲ ਹੋਏਗਾ। ਸਿਰਫ ਇਹ ਨਹੀਂ ਹੈ ਕਿ ਇਹਦੀ ਇੱਕ ਸ਼੍ਰੇਣੀ ਵੰਡ ਕਰ ਦਿੱਤੀ ਜਾਵੇ ਅਤੇ ਇਸੇ ਤਰ੍ਹਾਂ ਇਸ ਨੂੰ ਖਤਮ ਕਰ ਦਿੱਤਾ ਜਾਵੇ। ਇਹ ਸੀ ਕੱਲ੍ਹ ਵਾਲੇ ਟੌਪਿਕ ਦੇ ਵਿੱਚ ਜੋ ਇੱਕ ਪੁਆਇੰਟ ਸੀ ਜੋ ਦੁਬਾਰਾ ਕਲੀਅਰ ਕਰਨਾ ਸੀ। ਅੱਗੇ ਜੋ ਆਪਾਂ ਕਰਨ ਜਾ ਰਹੇ ਹਾਂ ਸਕੇਅਰਸਿਟੀ ਡੈਫੀਨੇਸ਼ਨ ਆਫ ਇਕਨੋਮਿਕਸ, ਇਹ ਡੈਫੀਨੇਸ਼ਨ ਸਾਨੂੰ ਮੇਨ ਰੂਪ ਦੇ ਵਿੱਚ ਰੋਬਿਨਸ ਨੇ ਦਿੱਤੀ ਹੈ, ਪਰ ਇਸ ਤੋਂ ਇਲਾਵਾ ਮੈਂਜਰ, ਪੀਟਰ ਜਿਹੜੇ ਅਰਥ ਸ਼ਾਸਤਰੀ ਆ, ਸਟਿਗਲਰ ਅਰਥ ਸ਼ਾਸਤਰੀ ਆ, ਉਹਨਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਆ। ਰੋਬਿਨਸ ਨੇ ਤਾਂ ਆਪਣੀ ਕਿਤਾਬ ਐਨ ਐਸੇ ਔਨ ਦੀ ਨੇਚਰ ਐਂਡ ਸਿਗਨੀਫਿਕੈਂਸ ਆਫ ਇਕਨੋਮਿਕ ਸਾਇੰਸ ਜਿਹੜੀ 1932 ਵਿੱਚ ਆਈ ਸੀ, ਇਸ ਦੇ ਵਿੱਚ ਇਸ ਪਰਿਭਾਸ਼ਾ ਨੂੰ ਦੱਸਿਆ, ਇਸ ਪਰਿਭਾਸ਼ਾ ਦਾ ਜ਼ਿਕਰ ਕੀਤਾ। ਰੋਬਿਨਸ ਕੀ ਕਹਿੰਦਾ ਹੈ ਕਿ ਅਰਥ ਸ਼ਾਸਤਰ ਉਹ ਵਿਗਿਆਨ ਆ, ਮਤਲਬ ਉਹ ਕਹਿੰਦਾ ਅਰਥ ਸ਼ਾਸਤਰ ਇੱਕ ਸਾਇੰਸ ਆ ਕਿਹੜੀ ਜੋ ਵੱਖ-ਵੱਖ ਉਪਯੋਗਾਂ ਵਾਲੇ ਸੀਮਤ ਸਾਧਨਾਂ ਅਤੇ ਉਦੇਸ਼ਾਂ ਨਾਲ ਸੰਬੰਧ ਰੱਖਣ ਵਾਲੇ ਵਿਅਕਤੀ ਵਿਵਹਾਰ ਦਾ ਅਧਿਐਨ ਕਰਦਾ ਹੈ। ਮੀਨਸ ਕਿ ਸਾਡੇ ਜਿਹੜੀਆਂ ਵੀ ਚੀਜ਼ਾਂ ਹੁੰਦੀਆਂ, ਪਹਿਲਾਂ ਇੱਕ ਉਹ ਲਿਮਟਿਡ ਹੁੰਦੀਆਂ, ਸਾਡੇ ਰਿਸੋਰਸਿਸ ਲਿਮਟਿਡ ਹੁੰਦੇ ਆ, ਫਿਰ ਉਹਨਾਂ ਦਾ ਯੂਜ਼ ਕਈ ਥਾਂ 'ਤੇ ਹੁੰਦਾ, ਫਿਰ ਇਹ ਸਾਡੇ 'ਤੇ ਡਿਪੈਂਡ ਕਰਦਾ ਕਿ ਅਸੀਂ ਉਸ ਨੂੰ ਕਿਸ ਯੂਜ਼ ਦੇ ਲਈ ਵਰਤਦੇ ਪਏ ਹਾਂ। ਇਸ ਲਈ ਇਕਨੋਮਿਕਸ ਉਹਦੇ ਅਕੋਰਡਿੰਗ ਕੀ ਆ ਕਿ ਜਿਹੜੀ ਸਾਡੀਆਂ ਵੱਖ-ਵੱਖ ਜਗ੍ਹਾ 'ਤੇ ਯੂਜ਼ ਹੋਣ ਵਾਲੀਆਂ ਚੀਜ਼ਾਂ ਆ ਉਹਨਾਂ ਨੂੰ ਕਿਸ ਤਰ੍ਹਾਂ ਵਰਤਿਆ ਜਾਂਦਾ, ਜਿਹੜੇ ਸਾਡੇ ਵੱਖ-ਵੱਖ ਥਾਂ 'ਤੇ ਯੂਜ਼ ਹੋਣ ਵਾਲੇ ਰਿਸੋਰਸਿਸ ਆ ਉਹਨਾਂ ਨੂੰ ਕਿਸ ਤਰ੍ਹਾਂ ਇੱਕ ਇੰਡੀਵਿਜੂਅਲ ਵੀ ਜਿਹੜਾ ਹੈਗਾ ਇੱਕ ਹਿਊਮਨ ਬੀਇੰਗ ਵਰਤਦਾ, ਉਹਦੇ ਬਿਹੇਵੀਅਰ ਦੀ ਸਟੱਡੀ ਹੈ ਜਿਹੜੀ ਉਹ ਇਕਨੋਮਿਕਸ ਆ। ਇਸ ਤੋਂ ਇਲਾਵਾ ਹੋਰ ਵੀ ਡੈਫੀਨੇਸ਼ਨਸ ਨੇ। ਸਟੋਨੀਅਰ ਅਤੇ ਹੇਗ ਨੇ ਕਿਹਾ ਕਿ ਅਰਥ ਸ਼ਾਸਤਰ ਅਸਲ ਵਿੱਚ ਦੁਰਲਭਤਾ ਅਤੇ ਉਹਨਾਂ ਸਮੱਸਿਆਵਾਂ ਦਾ ਅਧਿਐਨ ਹੈ ਜੋ ਦੁਰਲਭਤਾ ਦੇ ਕਾਰਨ ਪੈਦਾ ਹੁੰਦੀਆਂ, ਕਿਉਂਕਿ ਆਪਾਂ ਕਿਹਾ ਸੀ ਕਿ ਸਾਡੀਆਂ ਲੋੜਾਂ ਜਿਹੜੀਆਂ ਉਹ ਬਹੁਤ ਜ਼ਿਆਦਾ ਆ ਪਰ ਉਹਨਾਂ ਨੂੰ ਪੂਰੀਆਂ ਕਰਨ ਵਾਲੇ ਸਾਧਨ ਘੱਟ ਆ ਮਤਲਬ ਉਹ ਦੁਰਲੱਭ ਆ। ਫਿਰ ਜਿਹੜੀ ਚੀਜ਼ ਦੁਰਲੱਭ ਆ, ਜਿਹੜੀ ਚੀਜ਼ ਤੁਸੀਂ ਆਸਾਨੀ ਦੇ ਨਾਲ ਪ੍ਰਾਪਤ ਨਹੀਂ ਕਰ ਸਕਦੇ, ਉਹਦੇ ਕਰਕੇ ਕਿਹੜੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਕਿ ਆਪਾਂ ਨੂੰ ਚੂਜ਼ ਕਰਨਾ ਪੈਂਦਾ ਕਿ ਆਪਾਂ ਪਹਿਲਾਂ ਕਿਹੜਾ ਕੰਮ ਕਰੀਏ, ਪਹਿਲਾਂ ਜਿਹੜਾ ਵੀ ਸਾਡੇ ਰਿਸੋਰਸ ਆ ਉਹ ਕਿੱਥੇ ਵਰਤੀਏ, ਅਤੇ ਇਹ ਇਕਨੋਮਿਕਸ ਹੈ। ਇਕਨੋਮਿਕਸ ਇਹਨਾਂ ਨਾਲ ਸੰਬੰਧਿਤ ਆ, ਇਸ ਦੇ ਵਿੱਚ ਸਾਡੀ ਮਦਦ ਕਰਦੀ ਹੈ। ਅਤੇ ਜਿਹੜੀਆਂ ਵਿਸ਼ੇਸ਼ਤਾਵਾਂ ਹੈਗੀਆਂ ਰੋਬਿਨਸ ਦੀ ਡੈਫੀਨੇਸ਼ਨ ਦੀਆਂ, ਸਭ ਤੋਂ ਵੱਡੀ ਵਿਸ਼ੇਸ਼ਤਾ ਤਾਂ ਇਹ ਆ ਕਿ ਅਸੀਮਤ ਲੋੜਾਂ। ਲਾਰਡ ਰੋਬਿਨਸ ਦਾ ਉਦੇਸ਼ਾਂ ਤੋਂ ਭਾਵ ਲੋੜਾਂ ਤੋਂ ਹੀ ਆ ਕਿ ਸਾਡੇ ਉਦੇਸ਼ ਬਹੁਤ ਆ, ਮੀਨ ਸਾਡੀਆਂ ਲੋੜਾਂ ਬਹੁਤ ਆ, ਸਾਨੂੰ ਗੁੱਡਸ ਅਤੇ ਸਰਵਿਸਿਜ਼ ਦੋਨੇ ਹੀ ਚਾਹੀਦੀਆਂ ਹੁੰਦੀਆਂ, ਔਰ ਜਿਹੜੀਆਂ ਸਾਡੀਆਂ ਆਰਥਿਕ ਲੋੜਾਂ ਆ ਉਹਨਾਂ ਨੂੰ ਉਹਨੇ ਇਕਨੋਮਿਕ ਵਾਂਟਸ ਕਿਹਾ। ਅਤੇ ਆਰਥਿਕ ਲੋੜਾਂ ਦਾ ਕੋਈ ਅੰਤ ਨਹੀਂ ਆ, ਜਿਵੇਂ ਇੱਕ ਲੋੜ ਪੂਰੀ ਹੁੰਦੀ ਆ ਦੂਜੀ ਜਿਹੜੀ ਆ ਉਹ ਆ ਜਾਂਦੀ ਹੈ, ਅਤੇ ਇਹ ਸਰਕਲ ਲਗਾਤਾਰ ਚੱਲਦਾ ਹੀ ਰਹਿੰਦਾ। ਪਹਿਲੀ ਵਿਸ਼ੇਸ਼ਤਾ ਤਾਂ ਇਹ ਹੈ ਕਿ ਇਹਨੇ ਲੋੜਾਂ ਨੂੰ ਮਹੱਤਵ ਦਿੱਤਾ, ਅਤੇ ਲੋੜਾਂ ਦੇ ਵਿੱਚ ਸਿਰਫ ਅਤੇ ਸਿਰਫ ਫਿਜ਼ੀਕਲ ਗੁੱਡਸ ਨਹੀਂ, ਉਸ ਦੇ ਨਾਲ ਸਰਵਿਸਿਜ਼ ਸੇਵਾਵਾਂ ਜਿਹੜੀਆਂ ਉਹਨਾਂ ਦਾ ਵੀ ਜ਼ਿਕਰ ਕੀਤਾ। ਦੂਸਰਾ ਸੀਮਤ ਸਾਧਨ,
ਫਿਰ ਉਹਨੇ ਇਹੀ ਕਿਹਾ ਜੋ ਸੱਚਾਈ ਹੈ ਕਿ ਜਿਹੜੇ ਸਾਡੀਆਂ ਲੋੜਾਂ ਨੂੰ ਪੂਰਾ ਕਰਨ ਵਾਲੇ ਰਿਸੋਰਸਿਸ ਆ, ਸਾਧਨ ਆ, ਉਹ ਬਹੁਤ ਘੱਟ ਆ। ਔਰ ਕਿਉਂਕਿ ਇਹ ਹਰੇਕ ਵਾਰ ਹਮੇਸ਼ਾ ਇੱਦਾਂ ਹੁੰਦਾ ਆਇਆ ਕਿ ਹਮੇਸ਼ਾ ਸਾਡੀਆਂ ਲੋੜਾਂ ਅਨਲਿਮਿਟਡ ਰਹਿੰਦੀਆਂ, ਔਰ ਜਿਹੜੇ ਰਿਸੋਰਸਿਸ ਆ ਕਿਉਂਕਿ ਉਹ ਸਕੇਅਰ ਆ, ਕਿਉਂਕਿ ਉਹ ਦੁਰਲੱਭ ਆ, ਉਹ ਘੱਟ ਹੋ ਜਾਂਦੇ ਆ। ਇੱਥੇ ਇਸਨੇ ਲਿਖਿਆ ਹੋਇਆ W ਇਜ਼ ਗ੍ਰੇਟਰ ਦੈਨ M, W ਇਜ਼ ਵਾਂਟਸ ਐਂਡ M ਇਜ਼ ਮੀਨਸ ਮੀਨ ਰਿਸੋਰਸਿਸ। ਜਿਹੜੀ ਤੁਹਾਡੀਆਂ ਵਾਂਟਸ ਆ ਤੁਹਾਡੀਆਂ ਰਿਸੋਰਸਿਸ ਤੋਂ ਜ਼ਿਆਦਾ ਆ, ਤੁਹਾਡੀਆਂ ਜ਼ਰੂਰਤਾਂ ਸਾਧਨਾਂ ਤੋਂ ਜ਼ਿਆਦਾ ਆ। ਅਤੇ ਦੂਜੀ ਗੱਲ ਇਹ, ਤੀਜੀ ਜਿਹੜੀ ਵਿਸ਼ੇਸ਼ਤਾ ਇਹ ਵੀ ਨਹੀਂ ਹੈ ਕਿ ਸਾਧਨ ਜਿਹੜੇ ਆ ਉਹ ਘੱਟ ਆ। ਜਿਹੜੇ ਰਿਸੋਰਸਿਸ ਸਾਡੇ ਕੋਲ ਅਵੇਲੇਬਲ ਹੈਗੇ ਆ ਉਹਨਾਂ ਦੇ ਇੱਕ ਤੋਂ ਜ਼ਿਆਦਾ ਪ੍ਰਯੋਗ ਆ, ਸਾਧਨਾਂ ਦੇ ਵਿਕਲਪੀ ਪ੍ਰਯੋਗ ਆ, ਕਿ ਤੁਸੀਂ ਜਿਹੜੇ ਰਿਸੋਰਸਿਸ ਅਵੇਲੇਬਲ ਆ ਉਹਨਾਂ ਦਾ ਵੀ ਇੱਕ ਥਾਂ ਤੋਂ ਜ਼ਿਆਦਾ ਥਾਂ 'ਤੇ ਯੂਜ਼ ਕਰ ਸਕਦੇ ਹੋ। ਲਾਈਕ ਜੇ ਤੁਹਾਡੇ ਕੋਲ ਦੁੱਧ ਹੈ, ਤੁਸੀਂ ਦੁੱਧ ਨੂੰ ਇੱਦਾਂ ਵੀ ਪੀ ਸਕਦੇ ਹੋ, ਉਸ ਦਾ ਮੱਖਣ ਬਣਾ ਸਕਦੇ ਹੋ, ਉਸ ਦੀ ਬਰਫੀ ਬਣਾ ਸਕਦੇ ਹੋ, ਦਹੀਂ ਬਣਾ ਸਕਦੇ ਹੋ, ਚਾਹ ਦੇ ਵਿੱਚ ਪਾ ਸਕਦੇ ਹੋ, ਪਨੀਰ ਬਣਾ ਸਕਦੇ ਹੋ। ਹੁਣ ਇਹ ਤੁਹਾਡੇ 'ਤੇ ਹੈ, ਹੁਣ ਸਾਰਾ ਕੁਝ ਨਹੀਂ ਕਰ ਸਕਦੇ ਪਰ ਕਿਉਂਕਿ ਉਹਦੀ ਇੱਕ ਲਿਮਿਟ ਹੈ, ਉਹ ਤੁਹਾਡੇ ਕੋਲ ਲਿਮਿਟਡ ਜਿਹੜੀ ਮਾਤਰਾ ਦੇ ਵਿੱਚ ਅਵੇਲੇਬਲ ਆ। ਹੁਣ ਤੁਹਾਡੇ 'ਤੇ ਆ ਕਿ ਤੁਹਾਡੀ ਪਹਿਲੀ ਜ਼ਰੂਰਤ ਕਿਹੜੀ ਆ, ਇੱਥੇ ਤੁਸੀਂ ਚੂਜ਼ ਕਰੋਗੇ। ਇਸ ਲਈ ਇੱਥੇ ਇਕਨੋਮਿਕਸ ਆ, ਮੀਨਸ ਰੀਅਲ ਲਾਈਫ ਦੇ ਵਿੱਚ ਜਿੱਥੇ ਵੀ ਤੁਸੀਂ ਕਿਤੇ ਚੂਜ਼ ਕਰਦੇ ਹੋ, ਤੁਸੀਂ ਇੱਕ ਲੋੜ ਨੂੰ ਛੱਡਦੇ ਹੋ, ਇੱਕ ਨੂੰ ਅਡੋਪਟ ਕਰਦੇ ਹੋ, ਇੱਕ ਨੂੰ ਫੁੱਲਫਿਲ ਕਰਦੇ ਹੋ, ਉੱਥੇ ਇਕਨੋਮਿਕਸ ਹੈ। ਸੇਮ ਇਸੇ ਤਰ੍ਹਾਂ ਜੇ ਲੇਬਰਰ ਵੀ ਹੈ ਸਾਡੇ ਕੋਲੇ, ਲੇਬਰਰ ਵੀ ਆਪਾਂ ਉਹਨੂੰ 3-4 ਜਗ੍ਹਾ 'ਤੇ ਕੰਮ ਕਰਵਾ ਸਕਦੇ ਹਾਂ, ਪਰ ਆਪਾਂ ਤੋਂ ਕਿੱਥੇ ਕੰਮ ਕਰਵਾਉਂਦੇ ਪਏ ਹਾਂ। ਦੈਨ ਨੈਕਸਟ ਹੈਗਾ ਜੀ ਵਾਂਟਸ ਡਿਫਰਸ ਇਨ ਅਰਜੈਂਸੀ, ਲੋੜਾਂ ਦੀ ਤੀਬਰਤਾ 'ਚ ਅੰਤਰ ਹੁੰਦਾ। ਫਿਰ ਉਹੀ ਹੈ ਕਿ ਲੋੜਾਂ ਵੀ ਸਾਡੇ ਕੋਲ ਜਿਹੜੀਆਂ ਹੁੰਦੀਆਂ ਜ਼ਰੂਰੀ ਨਹੀਂ ਹੁੰਦੀਆਂ ਕਿ ਸਾਰੀਆਂ ਲੋੜਾਂ ਆਪਾਂ ਹੁਣੇ ਪੂਰੀਆਂ ਕਰਨੀਆਂ ਹੁੰਦੀਆਂ। ਜਿਸ ਤਰ੍ਹਾਂ ਇੱਥੇ ਐਗਜ਼ਾਮਪਲ ਵੀ ਦਿੱਤੀ ਹੋਈ ਹੈ ਕਿ ਤੁਹਾਡੇ ਕੋਲ ਲਿਮਿਟਡ ਜਿਹੜੀ ਅਮਾਊਂਟ ਆ, ਤੁਹਾਡੇ ਕੋਲ ਮਾਤਰਾ ਜਿਹੜੀ ਮਨੀ ਦੀ ਹੈ, ਪੈਸਾ ਤੁਹਾਡੇ ਕੋਲ ਘੱਟ ਆ, ਤੁਹਾਨੂੰ ਦਵਾਈ ਦੀ ਵੀ ਲੋੜ ਹੈ ਅਤੇ ਫਲ ਅਤੇ ਦੁੱਧ ਦੀ ਵੀ ਲੋੜ ਹੈ, ਅਤੇ ਸਭ ਤੋਂ ਵੱਡੀ ਜਿਹੜੀ ਲੋੜ ਤੁਹਾਡੀ ਕਿਹੜੀ ਹੋਏਗੀ, ਦਵਾਈ ਦੀ। ਪਹਿਲੀ ਜ਼ਰੂਰਤ ਤੁਸੀਂ ਆਪਣੀ ਦਵਾਈ ਦੀ ਪੂਰੀ ਕਰੋਗੇ, ਉਸ ਤੋਂ ਬਾਅਦ ਫਿਰ ਦੁੱਧ, ਫਿਰ ਫਲ। ਉਸ ਤੋਂ ਬਾਅਦ ਆਰਥਿਕ ਸਮੱਸਿਆਵਾਂ। ਰੋਬਿਨਸ ਦੀ ਪਰਿਭਾਸ਼ਾ ਤੋਂ ਵੀ ਪਤਾ ਲੱਗ ਜਾਂਦਾ ਕਿ ਸਾਡੇ ਵਿਅਕਤੀ ਦੇ ਜੀਵਨ ਦੀਆਂ 4 ਵਿਸ਼ੇਸ਼ਤਾਵਾਂ ਆ। ਕਿਹੜੀਆਂ? ਸਭ ਤੋਂ ਪਹਿਲਾਂ ਤਾਂ ਲੋੜਾਂ ਜਿਹੜੀਆਂ ਅਨਲਿਮਿਟਡ ਆ, ਉਹਨਾਂ ਨੂੰ ਪੂਰੀਆਂ ਕਰਨ ਵਾਲੇ ਸਾਧਨ ਲਿਮਿਟਡ ਆ। ਫਿਰ ਜਿਹੜੇ ਸਾਧਨ ਲਿਮਿਟਡ ਵੀ ਹੈਗੇ ਉਹਨਾਂ ਦੇ ਵੀ ਇੱਕ ਥਾਂ ਤੋਂ ਜ਼ਿਆਦਾ ਥਾਂ 'ਤੇ ਵਿਕਲਪ ਪ੍ਰਯੋਗ ਹੋ ਸਕਦੇ ਆ। ਫਿਰ ਉਸ ਤੋਂ ਬਾਅਦ ਸਾਨੂੰ ਲੋੜਾਂ ਦੀ ਜਿਹੜੀ ਤੀਬਰਤਾ ਆ, ਉਹਨਾਂ ਦੀ ਅਰਜੈਂਸੀ ਆ, ਲੋੜ ਦੇ ਅਕੋਰਡਿੰਗ ਸਾਨੂੰ ਲੋੜਾਂ ਨੂੰ ਸੀਕੁਐਂਸ 'ਚ ਕਰਨਾ ਪਏਗਾ ਕਿ ਆਪਾਂ ਪਹਿਲਾਂ ਕਿਹੜੀ ਲੋੜ ਜਿਹੜੀ ਉਹ ਪੂਰੀ ਕਰਨੀ ਆ। ਨੈਕਸਟ ਸੀਗਾ ਕਿ ਓਪਰਚੁਨਿਟੀ ਕਾਸਟ ਆ, ਕਿਉਂਕਿ ਹੁਣ ਦੇਖੋ ਜਦੋਂ ਤੁਸੀਂ ਤੁਹਾਡੇ ਕੋਲ 4 ਜਾਂ 5 ਤੁਹਾਡੀਆਂ ਲੋੜਾਂ, ਉਹਦੇ ਵਿੱਚੋਂ ਤੁਸੀਂ ਪਹਿਲਾਂ ਇੱਕ ਲੋੜ ਪੂਰੀ ਕਰਦੇ ਪਏ ਹੋ। ਜੇ ਤੁਸੀਂ ਇੱਕ ਲੋੜ ਪਹਿਲਾਂ ਪੂਰੀ ਕਰਦੇ ਪਏ ਹੋ, ਇਟ ਮੀਨਸ ਬਾਕੀ ਛੱਡਦੇ ਪਏ ਹੋ। ਇਹਦਾ ਮਤਲਬ ਇੱਥੇ ਕੀ ਆ, ਮੌਕਾ ਲਾਗਤ, ਕਿ ਤੁਸੀਂ ਜਿਹੜੀ ਲੋੜ ਦੇ ਲਈ ਜਿੱਥੇ ਇੱਕ ਰਿਸੋਰਸ ਨੂੰ ਵਰਤਦੇ ਪਏ ਹੋ, ਦੂਸਰੀ ਜਗ੍ਹਾ ਉਹਨੂੰ ਕਿਉਂ ਛੱਡਦੇ ਪਏ ਹੋ। ਇਹ ਜਿਸ ਤਰ੍ਹਾਂ ਕਿਸੇ ਪਦਾਰਥ ਦਾ ਜ਼ਿਆਦਾ ਮਾਤਰਾ 'ਚ ਉਤਪਾਦਨ ਕਰਨ ਲਈ ਦੂਜੇ ਪਦਾਰਥ ਦੀ ਜਿੰਨੀ ਮਾਤਰਾ ਦਾ ਤਿਆਗ ਕਰਨਾ ਪਏਗਾ, ਉਹਨੂੰ ਕੀ ਕਹਾਂਗੇ, ਮੌਕਾ ਲਾਗਤ। ਅਤੇ ਅਰਥਸ਼ਾਸਤਰ ਦੇ ਵਿੱਚ ਮੌਕਾ ਲਾਗਤ ਆ ਜਿਹੜੀ, ਉਹ ਵੀ ਬਹੁਤ ਮਹੱਤਵਪੂਰਨ ਹੈ, ਕਿਉਂਕਿ ਅਸੀਂ ਰਿਸੋਰਸਿਸ ਦੇ ਲਿਮਿਟਡ ਹੋਣ ਦੇ ਕਰਕੇ ਉਹਨਾਂ ਦੇ ਵਿੱਚ ਹਮੇਸ਼ਾ ਚੋਇਸ ਜਿਹੜੀ ਸਾਨੂੰ ਕਰਨੀ ਪੈਂਦੀ ਆ, ਚੂਜ਼ ਆਪਾਂ ਨੂੰ ਕਰਨਾ ਪੈਂਦਾ। ਅਤੇ ਇਸ ਪਰਿਭਾਸ਼ਾ ਦੇ ਗੁਣ ਕੀ ਆ, ਇਹ ਵਿਸ਼ੇਸ਼ਤਾਵਾਂ ਸੀ ਜਿਹੜੀਆਂ ਆਪਾਂ ਕੀਤੀਆਂ। ਗੁਣ ਦੇਖੋ, ਪਰਿਭਾਸ਼ਾ ਗੁਣ ਆਪਾਂ ਦੇਖ ਲੈਂਦੇ ਵੈਸੇ, ਪਰ ਆਪਣੇ ਆਪ ਹੀ ਸੋਚੋ ਕਿ ਇਹ ਪਰਿਭਾਸ਼ਾ ਥੋੜ੍ਹੀ ਜਿਹੀ ਰਿਐਲਿਟੀ ਦੇ ਨੇੜੇ ਲੱਗਦੀ ਹੈ ਕਿ ਸਾਡੀਆਂ ਲੋੜਾਂ ਬਹੁਤ ਜ਼ਿਆਦਾ ਆ, ਸਾਡੇ ਸਾਧਨ ਬਹੁਤ ਘੱਟ ਆ, ਸਾਧਨਾਂ ਦੇ ਪ੍ਰਯੋਗ ਜਿਹੜੇ ਬਹੁਤ ਜ਼ਿਆਦਾ ਹੋ ਜਾਂਦੇ ਆ, ਇਸ ਕਰਕੇ ਆਪਾਂ ਨੂੰ ਚੂਜ਼ ਕਰਨਾ ਪੈਂਦਾ। ਇਸ ਕਰਕੇ ਆਪਾਂ ਨੂੰ ਮੌਕਾ ਲਾਗਤ ਆ ਜਿਹੜੀ, ਕਿ ਇੱਕ ਦੀ ਜਗ੍ਹਾ 'ਤੇ ਆਪਾਂ ਇੱਕ ਨੂੰ ਦੂਸਰੇ ਦੀ ਜਗ੍ਹਾ 'ਤੇ ਵਰਤਣ ਲੱਗੇ ਹਾਂ। ਅਤੇ ਕਿਉਂ ਵਰਤਣ ਲੱਗੇ ਹਾਂ, ਆਪਾਂ ਬਿਨਾਂ ਸ਼ੱਕ ਇੱਕ ਰਿਸੋਰਸ ਨੂੰ ਦੂਸਰੇ ਦੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਉਦੋਂ ਹੀ ਵਰਤਾਂਗੇ ਜਦੋਂ ਸਾਨੂੰ ਉੱਥੋਂ ਜ਼ਿਆਦਾ ਬੈਨੀਫਿਟ ਹੁੰਦਾ ਪਿਆ। ਅਤੇ ਸਭ ਤੋਂ ਵੱਡਾ ਜਿਹੜਾ ਇਹਦਾ ਗੁਣ ਆ ਕਿ ਇਹ ਵਾਸਤਵਿਕਤਾ ਦੇ ਨੇੜੇ ਆ। ਵਾਸਤਵਿਕ ਵਿਗਿਆਨ ਆ, ਇੱਕ ਨਿਸ਼ਚਿਤ ਅਤੇ ਵਾਸਤਵਿਕ ਵਿਗਿਆਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਆ ਇਸ ਨੂੰ, ਕਿਉਂਕਿ ਰਿਐਲਿਟੀ ਦੇ ਨੇੜੇ ਆ। ਦੂਸਰਾ, ਇਹ ਹਿਊਮਨ ਬਿਹੇਵੀਅਰ ਦੀ ਸਟੱਡੀ ਹੈ ਕਿ ਆਪਾਂ ਜਦੋਂ ਚੂਜ਼ ਕਰਦੇ ਹਾਂ ਤਾਂ ਕਿੱਦਾਂ ਚੂਜ਼ ਕਰਦਾ ਹੈ। ਮੰਨ ਲਓ ਆਪਾਂ 3-4 ਇੰਡੀਵਿਜੂਅਲਸ ਹੋਈਏ ਅਤੇ ਸਾਨੂੰ ਸਾਰਿਆਂ ਨੂੰ ਇੱਕੋ ਜਿਹੀਆਂ ਲੋੜਾਂ ਅਤੇ ਇੱਕੋ ਜਿਹੇ ਰਿਸੋਰਸਿਸ ਸਾਡੇ ਹੋਣ, ਪਰ ਫਿਰ ਵੀ ਸਾਡੇ ਜਿਹੜੀ ਚੋਇਸ ਆ ਜਿਹੜੀ ਸਾਡੀ ਉਹ ਅਲੱਗ-ਅਲੱਗ ਹੋ ਸਕਦੀ ਹੈ। ਇਸ ਲਈ ਹਿਊਮਨ ਬਿਹੇਵੀਅਰ ਦੀ ਸਟੱਡੀ ਹੈ। ਉਸ ਤੋਂ ਬਾਅਦ ਵਿਸ਼ਲੇਸ਼ਣਵਾਦੀ ਹੈ ਹਿਊਮਨ ਬੀਇੰਗ। ਤੋਂ ਇਹ ਵੀ ਪਤਾ ਲੱਗਦਾ ਕਿ ਆਪਾਂ ਵਿਸ਼ਲੇਸ਼ਣ ਕਰਦੇ ਹਾਂ, ਲੋੜਾਂ ਕਿੱਥੋਂ ਪੈਦਾ ਹੁੰਦੀਆਂ, ਉਹਨਾਂ ਨੂੰ ਕਿੱਦਾਂ ਪੂਰੀਆਂ ਕਰਨਾ, ਫਿਰ ਆਪਾਂ ਕਿੱਦਾਂ ਚੂਜ਼ ਕਰਨਾ, ਆਪਾਂ ਪੂਰੇ ਵਿਸ਼ਲੇਸ਼ਣਵਾਦੀ ਹਾਂ। ਉਸ ਤੋਂ ਬਾਅਦ ਖੇਤਰ ਬਹੁਤ ਵਿਸ਼ਾਲ ਆ, ਕਿਉਂਕਿ ਇਹਦੇ ਵਿੱਚ ਭੌਤਿਕ ਮਤਲਬ ਫਿਜ਼ੀਕਲ ਗੁਡਸ ਦੇ ਨਾਲ ਨਾਲ ਸਰਵਿਸਿਜ਼ ਜਿਹੜੀਆਂ ਉਹਨਾਂ ਨੂੰ ਵੀ ਇਨਕਲੂਡ ਕੀਤਾ ਗਿਆ। ਸਿਰਫ ਉਹਨਾਂ ਚੀਜ਼ਾਂ ਦੀ ਸਟੱਡੀ ਨਹੀਂ ਕੀਤੀ ਜਾਂਦੀ ਉਹ ਜਿਹੜੀਆਂ ਟੱਚ ਕਰ ਸਕਦੇ ਹਾਂ ਜਾਂ ਦੇਖ ਸਕਦੇ, ਜਿਹੜੀਆਂ ਨਹੀਂ ਟੱਚ ਹੁੰਦੀਆਂ, ਜਿਹੜੀਆਂ ਨਹੀਂ ਦੇਖ ਸਕਦੇ, ਲਾਈਕ ਸਰਵਿਸਿਜ਼। ਇਸ ਟਾਈਮ 'ਤੇ ਤਾਂ ਤੁਸੀਂ ਔਨਲਾਈਨ ਕਲਾਸ ਲਗਾਉਂਦੇ ਪਏ ਹੋ ਅਤੇ ਸਰਵਿਸ ਤੁਹਾਡੇ ਲਈ ਸਭ ਤੋਂ ਵੱਡੀ ਸਰਵਿਸ ਆ, ਇਸ ਲਈ ਇਸ ਦੀ ਸਟੱਡੀ ਵੀ ਹੋਣੀ ਜ਼ਰੂਰੀ ਸੀ। ਪਰ ਇਹ ਐਡਮ ਸਮਿਥ ਦੀ ਡੈਫੀਨੇਸ਼ਨ ਦੇ ਵਿੱਚ ਜਾਂ ਮਾਰਸ਼ਲ ਦੀ ਡੈਫੀਨੇਸ਼ਨ ਦੇ ਵਿੱਚ ਇਸ ਚੀਜ਼ ਦੀ ਸਟੱਡੀ ਨਹੀਂ ਸੀ, ਪਰ ਰੋਬਿਨਸ ਦੀ ਡੈਫੀਨੇਸ਼ਨ ਦੇ ਵਿੱਚ ਇਹਦੀ ਸਟੱਡੀ ਵੀ ਹੈ। ਉਸ ਤੋਂ ਬਾਅਦ ਇਹ ਸਰਵ ਵਿਆਪਕ ਆ,
ਕਿਉਂਕਿ ਕੋਈ ਵੀ ਅਰਥ ਵਿਵਸਥਾ ਹੋਵੇ ਸਾਰੀ ਜਗ੍ਹਾ 'ਤੇ ਲੋੜਾਂ ਜ਼ਿਆਦਾ ਅਤੇ ਉਹਨੂੰ ਪੂਰੀਆਂ ਕਰਨ ਵਾਲੇ ਰਿਸੋਰਸਿਸ ਘੱਟ ਰਹਿੰਦੇ ਆ, ਹਰੇਕ ਜਗ੍ਹਾ ਪਾਇਆ ਜਾਂਦਾ ਹੈ। ਆਰਥਿਕ ਸਮੱਸਿਆ ਦਾ ਵੱਧ ਤਰਕਪੂਰਨ ਵਰਣਨ ਕੀਤਾ ਗਿਆ ਕਿ ਆਰਥਿਕ ਸਮੱਸਿਆਵਾਂ ਕੀ ਹੁੰਦੀਆਂ, ਕਿੱਥੋਂ ਪੈਦਾ ਹੁੰਦੀਆਂ। ਜ਼ਿਆਦਾ ਵਧੀਆ ਤਰ੍ਹਾਂ ਇਹਦੀ ਜਿਹੜੀ ਵਰਣਨ ਆ ਸਾਨੂੰ ਕੀਤੀ ਮਿਲਦੀ ਆ ਇਸ ਡੈਫੀਨੇਸ਼ਨ ਦੇ ਵਿੱਚ। ਫਿਰ ਇਸ ਤੋਂ ਬਾਅਦ ਇਸ ਦੀਆਂ ਆਲੋਚਨਾਵਾਂ ਜਿਹੜੀਆਂ ਬੇਸ਼ੱਕ ਜਿੰਨੀ ਵੀ ਵਧੀਆ ਡੈਫੀਨੇਸ਼ਨ ਹੋਵੇ ਆਲੋਚਨਾਵਾਂ ਕਰ ਹੀ ਦਿੱਤੀਆਂ ਜਾਂਦੀਆਂ, ਅਤੇ ਕੁਛ ਇੱਕ ਕਮੀਆਂ ਵੀ ਵੈਸੇ ਡੈਫੀਨੇਸ਼ਨਸ ਦੇ ਵਿੱਚ ਹਰੇਕ ਜਗ੍ਹਾ ਰਹਿ ਵੀ ਜਾਂਦੀਆਂ। ਸਭ ਤੋਂ ਪਹਿਲਾਂ ਤਾਂ ਕਹਿੰਦੇ ਕਿ ਸਮਾਜਿਕ ਪੱਖ ਦੀ ਅਣਗਹਿਲੀ, ਜਿਸ ਤਰ੍ਹਾਂ ਜਿਹੜਾ ਐਡਮ ਸਮਿਥ ਨੇ ਕਿਹਾ ਸੀਗਾ ਕਿ ਵਿਅਕਤੀ ਆ ਜਿਹੜਾ ਉਹ ਕੀ ਹੁੰਦਾ, ਵਿਅਕਤੀ ਕੀ ਹੁੰਦਾ, ਆਰਥਿਕ ਵਿਅਕਤੀ ਜਿਹਦੀ ਸਟੱਡੀ ਕਰਨੀ ਚਾਹੀਦੀ ਆ। ਐਡਮ ਸਮਿਥ ਨੇ ਕਿਹਾ ਸਮਾਜਿਕ ਵਿਅਕਤੀ ਹੋਣਾ ਚਾਹੀਦਾ, ਅਤੇ ਇਹਨੇ ਇਸ ਤਰ੍ਹਾਂ ਦੀ ਕੋਈ ਗੱਲ ਹੀ ਨਹੀਂ ਕੀਤੀ, ਇਹਨੇ ਤਾਂ ਬਿਹੇਵੀਅਰ ਦੀ ਗੱਲ ਕੀਤੀ ਹੈ। ਇਸ ਲਈ ਇਹ ਆਲੋਚਨਾ ਕੀਤੀ ਜਾਂਦੀ ਕਿ ਇਹਨੇ ਸਮਾਜਿਕ ਪੱਖ ਦੀ ਅਣਗਹਿਲੀ ਕੀਤੀ ਹੈ। ਆਰਥਿਕ ਉਦੇਸ਼ਾਂ ਪ੍ਰਤੀ ਨਿਰਪੱਖ ਨਹੀਂ, ਇਕਨੋਮਿਕਸ ਇਜ਼ ਨਾਟ ਨਿਊਟਰਲ ਐਜ਼ ਰਿਗਾਰਡ ਐਂਡਸ। ਆਲੋਚਕਾਂ ਨੇ ਇਹ ਵੀ ਕਿਹਾ ਕਿ ਰੋਬਿਨਸ ਦਾ ਦ੍ਰਿਸ਼ਟੀਕੋਣ ਬਿਲਕੁਲ ਗਲਤ ਆ ਕਿ ਆਰਥਿਕ ਉਦੇਸ਼ਾਂ ਅਤੇ ਮੰਤਵਾਂ ਨੂੰ ਲੈ ਕੇ ਨਿਰਪੱਖ ਆ ਅਰਥ ਸ਼ਾਸਤਰ। ਇਸ ਦਾ ਚੰਗਿਆਈ ਅਤੇ ਬੁਰਾਈ ਨਾਲ ਕੋਈ ਸੰਬੰਧ ਨਹੀਂ ਹੈ, ਪਰ ਅਸਲ ਵਿੱਚ ਅਰਥ ਸ਼ਾਸਤਰ ਦਾ ਜਿਹੜਾ ਸੰਬੰਧ ਆ ਉਹ ਚੰਗਿਆਈ ਅਤੇ ਬੁਰਾਈ ਨਾਲ ਹੈਗਾ ਆ। ਅਰਥ ਸ਼ਾਸਤਰ ਕਦੀ ਵੀ ਕਿਹੜਾ ਉਦੇਸ਼ ਠੀਕ ਆ ਕਿਹੜਾ ਉਦੇਸ਼ ਗਲਤ ਆ ਇਸ ਨੂੰ ਨਹੀਂ ਤਿਆਗ ਸਕਦਾ। ਉਸਨੇ ਤਾਂ ਇਹ ਕਹਿ ਦਿੱਤਾ ਨਾ ਰੋਬਿਨਸ ਨੇ ਕਿ ਅਰਥ ਸ਼ਾਸਤਰ ਦੇ ਵਿੱਚ ਕਿਰਿਆਵਾਂ ਦੀ ਸਟੱਡੀ ਕੀਤੀ ਜਾਂਦੀ, ਉਹ ਚੰਗਿਆਈ ਬੁਰਾਈ ਨਾਲ ਉਸ ਦਾ ਕੋਈ ਸੰਬੰਧ ਨਹੀਂ ਹੈ, ਪਰ ਅਰਥ ਸ਼ਾਸਤਰ ਦੇ ਪਰ ਆਲੋਚਕ ਜਿਹੜੇ ਉਹ ਕਹਿੰਦੇ ਆ ਕਿ ਇਸ ਦਾ ਸੰਬੰਧ ਹੈ। ਉਸ ਤੋਂ ਬਾਅਦ ਕਲਿਆਣ ਦਾ ਛੁਪਿਆ ਵਿਚਾਰ, ਉਹੀ ਕਹਿੰਦੇ ਆ ਕਿ ਇਹਨੇ ਵੀ ਫਿਰ ਕਿਹਾ ਕਿ ਜੇ ਅਸੀਂ ਇਸ ਤਰ੍ਹਾਂ ਚੂਜ਼ ਕਰਾਂਗੇ ਆਪਣੀਆਂ ਲੋੜਾਂ ਦੇ ਵਿੱਚੋਂ ਜਿਹੜੀ ਲੋੜ ਕਿਹੜੀ ਪੂਰੀ ਕਰਨੀ ਆ ਜਿਹਦੀ ਸਾਡੀ ਸੈਟੀਸਫੈਕਸ਼ਨ ਵੱਧ ਜਾਏ। ਇੱਕ ਤਰ੍ਹਾਂ ਨਾਲ ਉਹ ਕਹਿੰਦੇ ਕਿ ਅਸੀਂ ਵੱਧ ਤੋਂ ਵੱਧ ਕਲਿਆਣ ਹੀ ਚਾਹੁੰਦੇ ਹਾਂ, ਇੱਕ ਤਰ੍ਹਾਂ ਨਾਲ ਉਹ ਕਹਿੰਦੇ ਕਿ ਇਹ ਆਲੋਚਕ ਕਹਿੰਦੇ ਆ ਕਿ ਮਾਰਸ਼ਲ ਦੀ ਡੈਫੀਨੇਸ਼ਨ ਹੀ ਦੁਬਾਰਾ ਵਰਤੀ ਗਈ ਆ। ਵਾਈਡ ਸਕੋਪ, ਵੈਰੀ ਵਾਈਡ ਸਕੋਪ ਆਫ ਇਕਨੋਮਿਕਸ, ਕਿ ਇਕਨੋਮਿਕਸ ਦਾ ਜਿਹੜਾ ਸਕੋਪ ਇਹਨੇ ਦਿੱਤਾ ਉਹ ਇਹਦੇ ਤੋਂ ਵੀ ਜ਼ਿਆਦਾ ਆ। ਕਹਿੰਦੇ ਜਿਹੜਾ ਸਕੋਪ ਇਹਨੇ ਦਿੱਤਾ ਕਿ ਆਰਥਿਕ ਸਮੱਸਿਆ ਦਾ ਹੱਲ, ਸਮੱਸਿਆ ਦੇ ਵਿੱਚੋਂ ਇੱਕ ਸਮੱਸਿਆ ਨੂੰ ਚੁਣਨਾ ਅਤੇ ਸਮੱਸਿਆ ਦੇ ਵਿਕਲਪੀ ਪ੍ਰਯੋਗ, ਪਰ ਆਰਥਿਕ ਇਕਨੋਮਿਕਸ ਆ ਜਿਹੜੀ ਇਹਦਾ ਖੇਤਰ ਇਹਦੇ ਤੋਂ ਵੀ ਜ਼ਿਆਦਾ ਵਿਸ਼ਾਲ ਆ। ਆਲੋਚਕ ਇਹ ਮੰਨਦੇ ਆ। ਅਰਥ ਸ਼ਾਸਤਰ ਸਿਰਫ ਵਾਸਤਵਿਕ ਵਿਗਿਆਨ ਨਹੀਂ ਆ, ਇਹ ਸਿਰਫ ਉਹਨੇ ਕਿਹਾ ਕਿ ਇੱਕ ਪੋਜ਼ੀਟਿਵ ਸਾਇੰਸ ਆ। ਇਹ ਪੋਜ਼ੀਟਿਵ ਸਾਇੰਸ ਹੀ ਨਹੀਂ ਆ ਸਿਰਫ, ਇਹ ਹਰ ਪ੍ਰਕਾਰ ਦੀ ਸਾਇੰਸ ਆ। ਅਰਥ ਸ਼ਾਸਤਰੀ ਆਲੋਚਕ ਅਰਥ ਸ਼ਾਸਤਰੀ ਆ ਜਿਹੜੇ ਇੱਥੇ ਐਡਮ ਸਮਿਥ ਦੇ ਰੋਬਿਨਸ ਦੇ ਉਹ ਇਹ ਵੀ ਮੰਨਦੇ ਆ। ਉਸ ਤੋਂ ਬਾਅਦ ਡਿਵੀਜ਼ਨ ਆਫ ਪਰਸਨੈਲਿਟੀ, ਰੋਬਿਨਸ ਦੀ ਪਰਿਭਾਸ਼ਾ ਦੀ ਆਲੋਚਨਾ ਜਦੋਂ ਐਰਿਕ ਰੋਲ ਨੇ ਕੀਤੀ ਆ, ਉਹ ਕਹਿੰਦੇ ਆ ਕਿ ਵਿਅਕਤੀ ਦੀਆਂ ਸ਼ਖਸੀਅਤਾਂ ਦੋ ਹਿੱਸਿਆਂ 'ਚ ਵੰਡੀਆਂ ਜਾਂਦੀਆਂ। ਇੱਕ ਤਾਂ ਅਰਥ ਸ਼ਾਸਤਰ ਦੇ ਰੂਪ ਵਿੱਚ ਜਦੋਂ ਉਹ ਆਰਥਿਕ ਕਿਰਿਆਵਾਂ ਦਾ ਵਿਸ਼ਲੇਸ਼ਣ ਕਰਦਾ ਹੈ ਅਤੇ ਚੰਗਿਆਈ ਬੁਰਾਈ ਨਹੀਂ ਦੇਖਦਾ, ਪਰ ਜਦੋਂ ਨਾਗਰਿਕ ਦੇ ਰੂਪ ਦੇ ਵਿੱਚ ਉਹ ਆਰਥਿਕ ਕਿਰਿਆਵਾਂ ਦੇ ਵਿਸ਼ੇ ਵਿੱਚ ਫੈਸਲੇ ਲੈਂਦਾ ਹੈ ਤਾਂ ਅਰਥ ਸ਼ਾਸਤਰੀ ਦੀ ਸ਼ਖਸੀਅਤ ਦੀ ਵੰਡ ਨਹੀਂ ਕੀਤੀ ਜਾ ਸਕਦੀ। ਇੱਕ ਅਰਥ ਸ਼ਾਸਤਰੀ ਆਰਥਿਕ ਕਿਰਿਆਵਾਂ ਦਾ ਵਿਸ਼ਲੇਸ਼ਣ ਕਰੇਗਾ ਤਾਂ ਉਹ ਫੈਸਲਾ ਵੀ ਦੇਵੇਗਾ। ਮੀਨਸ ਜੇ ਤੁਸੀਂ ਕਹਿੰਦੇ ਹੋ ਜਿੱਦਾਂ ਇਹਨੇ ਕਿਹਾ, ਰੋਬਿਨਸ ਨੇ ਕਿਹਾ ਕਿ ਜਦੋਂ ਅਸੀਂ ਇੱਕ ਇੰਡੀਵਿਜੂਅਲ ਦੇ ਤੌਰ 'ਤੇ ਚੂਜ਼ ਕਰਦੇ ਹਾਂ, ਵਿਸ਼ਲੇਸ਼ਣ ਕਰਦੇ ਹਾਂ ਤਾਂ ਆਪਾਂ ਚੰਗਿਆਈ ਬੁਰਾਈ ਨਹੀਂ ਦੇਖਦੇ, ਪਰ ਐਰਿਕ ਰੋਲ ਕਹਿੰਦਾ ਹੈ ਕਿ ਜੇ ਤੁਸੀਂ ਚੰਗਿਆਈ ਬੁਰਾਈ ਨਹੀਂ ਦੇਖਦੇ ਤਾਂ ਫਿਰ ਅਰਥ ਸ਼ਾਸਤਰੀ ਹੋਣ ਦੇ ਨਾਤੇ ਵੀ ਨਹੀਂ ਦੇਖੋਗੇ। ਇਹਦਾ ਮਤਲਬ ਇੱਥੇ ਉਹ ਉਹਨੂੰ ਕ੍ਰਿਟੀਸਾਈਜ਼ ਕਰਦਾ ਕਿ ਚੰਗਿਆਈ ਬੁਰਾਈ ਵਿਅਕਤੀ ਦੇਖਦਾ। ਉਸ ਤੋਂ ਬਾਅਦ ਇੰਪ੍ਰੈਕਟੀਕਲ, ਉਹਨਾਂ ਨੇ ਕਿਹਾ ਕਿ ਇਹਨੇ ਲੋੜਾਂ ਦੀ ਕੋਈ ਸੀਮਾ ਨਹੀਂ ਹੁੰਦੀ, ਸਾਧਨ ਸੀਮਤ ਹੁੰਦੇ, ਇਹ ਤਾਂ ਅਸੀਂ ਸਾਰੇ ਜਾਣਦੇ ਸੀ, ਕੋਈ ਨਵੀਂ ਗੱਲ ਤਾਂ ਕਹੀ ਨਹੀਂ ਹੈ, ਇਸ ਲਈ ਇੰਪ੍ਰੈਕਟੀਕਲ। ਸਕੇਰਸਿਟੀ ਇਜ਼ ਨਾਟ ਦੀ ਓਨਲੀ ਕਾਜ਼ ਆਫ ਇਕਨੋਮਿਕ ਪ੍ਰੋਬਲਮਸ। ਫਿਰ ਇਹਨੇ ਇਹ ਵੀ ਕਿਹਾ ਕਿ ਜਿਹੜੀਆਂ ਇਕਨੋਮਿਕ ਪ੍ਰੋਬਲਮਸ ਪੈਦਾ ਹੁੰਦੀਆਂ, ਸਮੱਸਿਆਵਾਂ ਪੈਦਾ ਹੁੰਦੀਆਂ, ਉਹਨਾਂ ਸਾਰੀਆਂ ਦਾ ਕਾਰਨ ਸਿਰਫ ਇਹੀ ਨਹੀਂ ਹੁੰਦਾ ਕਿ ਸਕੇਰਸਿਟੀ ਹੈ, ਦੁਰਲਭਤਾ ਹੈ। ਦੁਰਲਭਤਾ ਤੋਂ ਬਿਨਾਂ ਵੀ ਬਹੁਤ ਸਾਰੀਆਂ ਸਮੱਸਿਆਵਾਂ ਦੁਰਲਭਤਾ ਤੋਂ ਬਿਨਾਂ ਵੀ ਪੂਰੀਆਂ ਹੁੰਦੀਆਂ, ਲਾਈਕ ਡਿਪਰੈਸ਼ਨ, ਅਨਪਲਾਈਮੈਂਟ ਦੀ ਪ੍ਰੋਬਲਮ। ਇਹਨਾਂ ਦਾ ਦੁਰਲਭਤਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸਾਡੇ ਕੋਲ ਇੰਡੀਆ ਦੇ ਵਿੱਚ ਇਸ ਟਾਈਮ 'ਤੇ ਬਹੁਤ ਜ਼ਿਆਦਾ ਪਾਪੂਲੇਸ਼ਨ ਆ, ਬਹੁਤ ਜ਼ਿਆਦਾ ਲੇਬਰ ਅਵੇਲੇਬਲ ਆ, ਪਰ ਫਿਰ ਵੀ ਬਹੁਤ ਜ਼ਿਆਦਾ ਲੇਬਰ ਅਵੇਲੇਬਲ ਆ, ਪਰ ਸਾਨੂੰ ਲੇਬਰ ਜਿਹੜੀ ਆ ਉਹ ਨਹੀਂ ਮਿਲਦੀ। ਬਹੁਤ ਜ਼ਿਆਦਾ ਇੰਪਲਾਈਮੈਂਟ ਓਪਰਚੁਨਿਟੀਜ਼ ਅਵੇਲੇਬਲ ਆ, ਪਰ ਫਿਰ ਵੀ ਅਨਇੰਪਲਾਈਮੈਂਟ ਦੀ ਪ੍ਰੋਬਲਮ ਆ। ਉਸ ਤੋਂ ਬਾਅਦ ਸਟੱਡੀ ਆਫ ਸਟੈਟਿਕ ਕੰਡੀਸ਼ਨਸ, ਇਹ ਵੀ ਅਰਥ ਸ਼ਾਸਤਰੀ ਉਹਨੂੰ ਕ੍ਰਿਟੀਸਾਈਜ਼ ਕਰਦੇ ਆ ਕਿ ਉਹਨੇ ਕੋਈ ਗਤੀਸ਼ੀਲ ਜਿਹੜੀ ਆ ਪਰਿਭਾਸ਼ਾ ਨਹੀਂ ਦਿੱਤੀ, ਇੱਕ ਗਤੀਹੀਨ ਪਰਿਭਾਸ਼ਾ ਜਿਹੜੀ ਉਹ ਦੇ ਦਿੱਤੀ ਆ। ਉਸ ਤੋਂ ਬਾਅਦ ਅਮੀਰ ਦੇਸ਼ਾਂ 'ਤੇ ਲਾਗੂ ਨਹੀਂ ਹੁੰਦੀ। ਰੋਬਿਨਸ ਨੇ ਕਿਹਾ ਸੀਗਾ ਕਿ ਸਮੱਸਿਆ ਕਾਹਤੇ ਹੁੰਦੀ ਆ, ਕਿਉਂਕਿ ਸਾਧਨ ਦੁਰਲਭ ਆ, ਪਰ ਅਮੀਰ ਦੇਸ਼ਾਂ ਦੇ ਵਿੱਚ ਉਹ ਕਹਿੰਦੇ ਆ ਕਿ ਆਲੋਚਕ ਕਿ ਅਮੀਰ ਦੇਸ਼ਾਂ ਦੇ ਵਿੱਚ ਦੁਰਲਭਤਾ ਨਹੀਂ ਪਾਈ ਜਾਂਦੀ, ਇਸ ਕਰਕੇ ਇਹ ਪਰਿਭਾਸ਼ਾ ਅਮੀਰ ਦੇਸ਼ਾਂ 'ਤੇ ਲਾਗੂ ਨਹੀਂ ਹੁੰਦੀ। ਘੱਟ ਵਿਕਸਿਤ ਦੇਸ਼ਾਂ 'ਤੇ ਵੀ ਲਾਗੂ ਨਹੀਂ ਹੁੰਦੀ। ਰੋਬਿਨਸ ਦੀ ਪਰਿਭਾਸ਼ਾ ਇਸ ਲਈ ਉਹ ਕਹਿੰਦੇ ਘੱਟ ਵਿਕਸਿਤ ਦੇਸ਼ਾਂ 'ਤੇ ਵੀ ਨਹੀਂ ਲਾਗੂ ਹੁੰਦੀ ਕਿਉਂਕਿ ਇਹਨਾਂ ਦੇਸ਼ਾਂ ਵਿੱਚ ਆਰਥਿਕ ਸਾਧਨ ਜ਼ਿਆਦਾ ਮਾਤਰਾ ਵਿੱਚ ਪਾਏ ਜਾਂਦੇ ਹਨ, ਪਰ ਉਹਨਾਂ ਦੀ ਪੂਰੀ ਵਰਤੋਂ ਨਹੀਂ ਕੀਤੀ ਜਾਂਦੀ। ਯੋਜਨਾਬੱਧ ਅਰਥ ਵਿਵਸਥਾ 'ਤੇ ਨਹੀਂ ਲਾਗੂ ਹੁੰਦੀ। ਇੱਕ ਪਲੈਨਡ ਇਕੋਨਮੀਜ਼ ਹੁੰਦੀਆਂ ਜਿੱਥੇ ਪਲੈਨਿੰਗ ਦੇ ਥਰੂ
ਜਿਹੜੀ ਡਿਵੈਲਪਮੈਂਟ ਪ੍ਰੋਸੈਸ ਆ ਉਹਨੂੰ ਸਟਾਰਟ ਕੀਤਾ ਜਾਂਦਾ। ਇਹ ਉਸ 'ਤੇ ਵੀ ਕਹਿੰਦੇ ਆ ਆਲੋਚਕ ਕਿ ਇਹ ਜਿਹੜੀ ਡੈਫੀਨੇਸ਼ਨ ਆ ਇਹ ਲਾਗੂ ਨਹੀਂ ਹੁੰਦੀ। ਉਸ ਤੋਂ ਬਾਅਦ ਕੰਪਲੈਕਸ ਐਂਡ ਐਬਸਟਰੈਕਟ, ਕਿ ਉਹ ਕਹਿੰਦਾ ਕਿ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਕਰਕੇ ਉਸਨੇ ਇਸ ਪਰਿਭਾਸ਼ਾ ਨੂੰ ਇੱਕ ਕੰਪਲੈਕਸ ਜਿਹੜੀ ਆ ਬਣਾਤਾ, ਗੁੰਝਲਦਾਰ ਬਣਾਤਾ। ਪਰ ਚਾਹੇ ਆਲੋਚਕ ਜੋ ਮਰਜ਼ੀ ਕਹਿਣ, ਪਰ ਸਾਨੂੰ ਇਹ ਪਤਾ ਹੈ ਕਿ ਜਿੰਨੀਆਂ ਡੈਫੀਨੇਸ਼ਨਸ ਆਪਾਂ ਕੀਤੀਆਂ ਉਹਨਾਂ ਸਾਰੀਆਂ ਡੈਫੀਨੇਸ਼ਨਸ ਦੇ ਵਿੱਚ ਜਿਹੜੀ ਪ੍ਰੈਕਟੀਕਲ ਆ, ਜਿਹੜੀ ਰਿਐਲਿਟੀ ਦੇ ਆਧਾਰ 'ਤੇ ਜਿਹੜੀ ਇਕਨੋਮਿਕਸ ਨੂੰ ਡਿਟੇਲ 'ਚ ਥੋੜ੍ਹਾ ਜਿਹਾ ਡਿਟੇਲ 'ਚ ਐਕਸਪਲੇਨ ਕਰਦੀ ਆ, ਉਹ ਇਹੀਓ ਡੈਫੀਨੇਸ਼ਨ ਆ ਜੋ ਬੇਸ ਦਿੰਦੀ ਹੈ ਕਿ ਸੱਚਮੁੱਚ ਜਿਹੜੀ ਪ੍ਰੋਬਲਮ ਆ ਉਹ ਕਿੱਥੋਂ ਪੈਦਾ ਹੁੰਦੀ ਆ। ਪਰ ਇੱਥੇ ਫਿਰ ਉਹੀ ਗੱਲ ਹੈ ਕਿ ਇਕਨੋਮਿਕਸ ਦੀ ਇੱਕ ਡੈਫੀਨੇਸ਼ਨ ਨਹੀਂ ਦਿੱਤੀ ਜਾ ਸਕਦੀ, ਸਾਰੀਆਂ ਡੈਫੀਨੇਸ਼ਨਸ ਇੰਪੋਰਟੈਂਟ ਆ, ਕਿਉਂਕਿ ਇਕਨੋਮਿਕਸ ਧਨ ਨਾਲ ਵੀ ਸੰਬੰਧਿਤ ਆ, ਇਕਨੋਮਿਕ ਵੈਲਫੇਅਰ ਨਾਲ ਵੀ ਸੰਬੰਧਿਤ ਆ, ਇਕਨੋਮਿਕਸ ਆ ਜਿਹੜੀ ਉਹ ਸਕੇਰਸਿਟੀ ਨਾਲ ਵੀ ਸੰਬੰਧਿਤ ਆ। ਇਸ ਲਈ ਸਟਾਰਟ ਜਦੋਂ ਅਸੀਂ ਕੀਤਾ ਸੀ, ਕਿਹਾ ਗਿਆ ਸੀ ਕਿ ਇਕਨੋਮਿਕਸ ਦੀ ਇੱਕ ਸਿੰਗਲ ਡੈਫੀਨੇਸ਼ਨ ਅਜੇ ਤੱਕ ਨਹੀਂ ਆਈ ਕਿ ਆਪਾਂ ਕਹੀਏ ਆਹ ਇਕਨੋਮਿਕਸ ਹੈ, ਕਿਉਂਕਿ ਜਿੰਨੇ ਇਕਨੋਮਿਸਟ ਹੋਣਗੇ ਉਹ ਤੋਂ ਇੱਕ ਵੱਧ ਹੀ ਵਿਚਾਰ ਹੋਏਗਾ। ਇਹ ਸੀ ਇਕਨੋਮਿਕਸ ਦੀਆਂ ਡੈਫੀਨੇਸ਼ਨਸ। ਫਿਰ ਵੀ ਇੱਥੇ ਕਹਿ ਸਕਦੇ ਹਾਂ ਕਿ ਜਿਹੜੀ ਰੋਬਿਨਸ ਦੀ ਡੈਫੀਨੇਸ਼ਨ ਆ ਉਹ ਵਿਵਹਾਰਕਤਾ ਦੇ ਰਿਐਲਿਟੀ ਦੇ ਨੇੜੇ ਆ। ਅਤੇ ਨੈਕਸਟ ਜਿਹੜਾ ਆਪਾਂ ਅਗਲੇ ਲੈਕਚਰ 'ਚ ਵੰਡੇ ਕਰਾਂਗੇ। ਥੈਂਕ ਯੂ ਸੋ ਮੱਚ।